ਅਵੇਅਰਨੈਸ। ਸਾਨੂੰ ਸਾਰਿਆਂ ਨੂੰ ਬ੍ਰੈਸਟ ਕੈਂਸਰ ਦੇ ਬਾਰੇ ਪਤਾ ਹੋਣਾ ਚਾਹੀਦਾ ਬਿਕੋਜ਼ ਅਸੀਂ ਔਰਤਾਂ ਬਣ ਕੇ ਪੈਦਾ ਹੋਏ ਹਾਂ। ਇਹ ਇੱਕੋ ਹੀ ਕਾਰਨ ਹੈ ਕਿ ਸਾਨੂੰ ਬ੍ਰੈਸਟ ਕੈਂਸਰ ਹੋ ਸਕਦਾ ਹੈ। ਦਿਸ ਇਜ਼ ਮਾਈ ਸੈਂਟਰ ਔਨ ਪੱਖੋਵਾਲ ਰੋਡ, ਪ੍ਰੀਤ ਚਹਿਲ क्लिनिक। एंड लेट योर फेथ बी बिगर देन योर फियर। अपने विश्वास को अपने डर के ऊपर लेकर चलेंगे और इस बारे में हम इस विषय पर बात करेंगे। देयर आर सम फैक्ट्स एंड फिगर्स। ब्रेस्ट कैंसर दुनिया का सब तो उत्ते चलता हुआ कैंसर है इस वेले। 2019 1.5 लाख पेशेंट्स हर साल ब्रेस्ट कैंसर के डिटेक्ट होंगे, जिहदे चों 70,000 नूं असीं बचा नहीं पाते। इट इज़ द मोस्ट कॉमन, फॉलोड बाय कोलोरेक्टल एंड लंग कैंसर। Breast cancers are rare in males, but they are found in males also. In females, breast cancer is seldom seen before 20 years of age. छोटी उम्र ते घट पाया जाता है। जिस तरह उम्र बढ़ती जाती है, कैंसर का इंसिडेंस बढ़ता जाता है। लाइफ टाइम रिस्क इज 1 in 9, which is very high. The causes, अपन क्यों हो सकता है ब्रेस्ट कैंसर? There can be a family history. Now this is very important. If you have 3 or more of the first degree or the second degree relatives with breast cancer, then you become the high risk population for breast cancer. Gene mutations, which we all have heard about, BRCA1 and BRCA2 genes. And the next is late child bearing, ਜਿਹੜੇ ਲੋਕੀ आजकल बहुत सोसाइटी चेंज हो रही है, लेट ਵਿਆਹ कराना, लेट बच्चे पैदा करना। काफ़ी बार ਇੱਦਾਂ ਦੀ ਫੈਮਲੀਜ਼ ਹੈ ਜਿਹੜੇ ਕਹਿੰਦੇ ਅਸੀਂ ਬੱਚੇ ਨਹੀਂ ਪੈਦਾ ਕਰਨੇ, ਦੇ ਆਰ ਨਲੀ ਗ੍ਰੈਵਿਡਾ, ਸੋ ਦੇ ਆਰ ਮੋਰ ਥਰੋਨ ਫॉर ਬ੍ਰੈਸਟ ਕੈਂਸਰ। ਜਿਨ੍ਹਾਂ ਨੂੰ ਛੇਤੀ ਮੈਂਸਸ ਸ਼ੁਰੂ ਹੋ ਜਾਂਦੇ ਹੈ, ਲੇਟ ਤੱਕ ਚੱਲਦੇ ਹੈ, ਉਹਨਾਂ ਦੇ ਵੀ ਜ਼ਿਆਦਾ ਇੰਸੀਡੈਂਸ ਹੁੰਦੇ ਹੈ। ਜਿਨ੍ਹਾਂ ਦੇ ਬ੍ਰੈਸਟ ਜ਼ਿਆਦਾ ਡੈਂਸ ਹੈ, ਬ੍ਰੈਸਟ ਟਿਸ਼ੂ ਇਜ਼ ਵੈਰੀ ਫਾਈਬਰਸ, ਦੇ ਆਰ ਮੋਰ ਥਰੋਨ ਟੂ ਡਿਵੈਲਪ ਬ੍ਰੈਸਟ ਕੈਂਸਰ। ਪ੍ਰੋਲੋਂਗਡ ਯੂਜ਼ ਆਫ ਓਰਲ ਕੰਟਰਾਸੈਪਟਿਵ ਪਿਲਸ, ਮਾਲਾ ਡੀ ਦਾ ਯੂਜ਼ ਬਹੁਤ ਲੰਬੇ ਟਾਈਮ ਤੱਕ ਕਰਨ ਨਾਲ ਵੀ ਇਹਦੇ ਇੰਸੀਡੈਂਸ ਵੱਧਦੇ ਹਨ। ਹਾਰਮੋਨ ਰਿਪਲੇਸਮੈਂਟ ਥੈਰੇਪੀ ਆਫਟਰ ਮੈਨੋਪੌਜ਼, ਜਿਹੜੇ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਆਪਣੀ ਉਮਰ ਦੇ ਅਕੋਰਡਿੰਗ ਐਕਸੈਪਟ ਨਾ ਕਰਦੇ ਹੋਏ ਇੰਜੈਕਸ਼ਨਸ ਤੇ ਮੈਡੀਸਿਨਸ ਲੈਂਦੇ ਆ ਸੁੰਦਰ ਲੱਗਣ ਵਾਸਤੇ, ਯੰਗ ਦਿਖਣ ਵਾਸਤੇ, ਉਹਨਾਂ ਦੇ ਇੰਸੀਡੈਂਸ ਵੱਧ ਜਾਂਦੇ। ਅਲਕੋਹਲ ਇਨਟੇਕ ਐਂਡ ਟੋਬੈਕੋ ਇਨਟੇਕ increases the chances. This is the same, increasing age increase the chance of breast cancer. Early menarche, ਛੇਤੀ ਡੇਟ ਸ਼ੁਰੂ ਹੋਣਾ। ਅੱਜਕੱਲ 6th 7th ਕਲਾਸ ਦੀਆਂ ਕੁੜੀਆਂ ਨੂੰ ਵੀ ਡੇਟ ਆ ਰਹੀ ਹੈ, 8 ਸਾਲ ਦੀਆਂ ਕੁੜੀਆਂ ਨੂੰ ਵੀ ਮੈਂਸਸ ਸ਼ੁਰੂ ਹੋ ਰਹੇ ਆ। ਨਲੀ ਪੈਰਾਟੀ, ਜਿਹੜੇ ਡਿਸਾਈਡ ਕਰਦੇ ਕਿ ਅਸੀਂ ਬੱਚਾ ਨਹੀਂ ਪੈਦਾ ਕਰਨਾ। ਲੇਟ ਮੈਨੋਪੌਜ਼, 55 ਤੱਕ ਵੀ ਡੇਟ ਬੰਦ ਨਹੀਂ ਹੁੰਦੀ, ਉਸ ਤੋਂ ਬਾਅਦ ਵੀ ਚੱਲਦੀ ਰਹਿੰਦੀ ਹੈ, ਤਾਂ ਵੀ ਬ੍ਰੈਸਟ ਕੈਂਸਰ ਦੇ ਚਾਂਸਸ ਵੱਧਦੇ। ਹਾਰਮੋਨ ਰਿਪਲੇਸਮੈਂਟ ਥੈਰੇਪੀ ਐਂਡ ਡਾਈਟ ਹਾਈ ਇਨ ਟੋਟਲ ਫੈਟ, ਜਿਹੜਾ ਅੱਜਕੱਲ ਦੀ ਡਾਈਟ ਲਾਈਫ ਸਟਾਈਲ ਬਹੁਤ ਜ਼ਿਆਦਾ ਚੱਲ ਰਿਹਾ, ਬਰਗਰਸ, ਪੀਜ਼ਾਸ, ਫਾਸਟ ਫੂਡ, ਹਾਈ ਕੋਲੇਸਟਰੋਲ ਡਾਈਟ, ਦੇ ਆਰ ਆਲਸੋ ਮੇਕ ਅਸ ਪ੍ਰੋਨ ਫॉर ਬ੍ਰੈਸਟ ਕੈਂਸਰਸ। ओरल कॉन्ट्रासेप्टिव यूज फॉर अ वेरी लॉन्ग पीरियड, एक्सोजीनस हार्मोन इनटेक, अबव एवरेज वेट और हाइट, बहुत ज़्यादा भार वधना अपने उम्र के नाल इंक्रीज करता है चांसेस। अल्कोहल कंजम्पशन, लेट मेनार्च एज एट द फर्स्ट बर्थ, पहले बच्चे के टाइम जे थोड़ी एज काफ़ी ज़्यादा है फिर भी चांसेस बढ़ जाते हैं। ब्रेस्ट कैंसर, दिस जस्ट द डेफिनेशन, इट ओरिजिनेट्स फ्रॉम द ब्रेस्ट टिशू। सिर्फ दसन वास्ते कि ब्रेस्ट टिशू तो बनता है, इनर लाइनिंग मिल्क डक्ट तो शुरू होता है, ਜਿਹੜਾ ਬ੍ਰੈਸਟ ਨੂੰ ਸਪਲਾਈ ਕਰਦਾ ਹੈ ਵਿਦ ਮਿਲਕ। ਦ ਓਨਲੀ ਥਿੰਗ ਵਿਚ ਕੈਨ ਸੇਵ ਅਸ ਇਜ਼ अर्ਲੀ ਡਿਟੈਕਸ਼ਨ। ਜੇ ਅਸੀਂ ਛੇਤੀ ਇਹਨੂੰ ਸਮਝਦੇ ਹਾਂ, ਇਹਦੇ ਬਾਰੇ ਅਵੇਅਰ ਹੁੰਦੇ ਹਾਂ ਤੇ ਡਾਕਟਰ ਕੋਲ ਜਾਂਦੇ ਹਾਂ, ਤੇ ਅਸੀਂ ਇਹਦੇ ਤੋਂ ਬਚ ਸਕਦੇ ਹਾਂ। ਸਾਡੇ ਲਾਈਫਸ ਵਿੱਚ, ਇੱਕ ਔਰਤ ਦੇ ਲਾਈਫ ਵਿੱਚ 3 ਟਾਈਮ ਚੇਂਜਸ ਆਉਂਦੇ ਆ ਬ੍ਰੈਸਟ ਵਿੱਚ। ਫਸਟ ਜਦੋਂ ਉਹਦੀ ਗਰੋਥ ਹੁੰਦੀ ਹੈ, ਸਾਡੀ OPD ਵਿੱਚ ਬਹੁਤ ਸਾਰੀ ਮਦਰਸ ਆਉਂਦੀਆਂ ਕਿ ਗਰੋਥ ਸ਼ੁਰੂ ਹੋ ਰਹੀ ਹੈ, one breast is bigger, other is smaller. They have many questions related to it. So this is the first time when the changes begin in the breast. The second is in the menstrual cycle, ਜਦੋਂ ਡੇਟ ਆਣੀ ਸ਼ੁਰੂ ਹੋ ਜਾਂਦੀ ਹੈ। And the third is pregnancy and lactation, ਜਦੋਂ maximum changes breast ਵਿੱਚ ਆਉਂਦੇ ਹਨ। Now this is very important, the breast self examination. ਤੁਹਾਨੂੰ ਯਾਦ ਹੋਏਗਾ ਪਹਿਲਾਂ ਫੈਮਿਨਾ, ਮਨੋਰਮਾ, ਇਸ ਤਰ੍ਹਾਂ ਦੀ ਮੈਗਜ਼ੀਨਸ ਆਉਂਦੀਆਂ ਸੀ, है ना, मधुरिमा, ਜਿਹੜੀ ਹਰ ਘਰ ਵਿੱਚ ਜਾਂ ਫਿਰ ਪੜੋਸੀ ਦੇ ਘਰ ਵਿੱਚ ਆਉਂਦੀਆਂ ਸੀ। ਉਹਦੇ ਵਿੱਚ ਬੜੇ ਅੱਛੇ ਆਰਟੀਕਲਸ ਹੁੰਦੇ ਸੀ ਕਿ ਆਪਾਂ ਬ੍ਰੈਸਟ ਕਿੱਦਾਂ ਐਗਜ਼ਾਮਿਨ ਕਰਨਾ ਹੈ, ਮੈਂਸਟਰਲ ਹਾਈਜੀਨ, ਬਹੁਤ ਬੇਸਿਕ ਟੌਪਿਕਸ। ਅੱਜਕੱਲ ਸਾਡੇ ਸਾਰਿਆਂ ਕੋਲ ਗਿਆਨ ਦਾ ਇੱਕੋ ਹੀ ਸੋਰਸ ਹੈ, WhatsApp, ਜਿਹਦੇ ਵਿੱਚ ਇੱਦਾਂ ਦੀ ਕੋਈ ਅਵੇਅਰਨੈਸ ਨਹੀਂ ਸਪਰੈਡ ਹੋ ਰਹੀ। ਸੋ ਦਿਸ ਇਜ਼ ਵਨ ਥਿੰਗ ਵਿਚ ਆਈ ਰੀਅਲੀ ਵਾਂਟ ਟੂ ਟਾਕ ਅਬਾਊਟ, ਦੈਟ ਇਜ਼ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ। ਕਿ ਇਹ ਇੱਕ ਤਰੀਕਾ ਹੈ ਜਿਹਦੇ ਨਾਲ ਹਰ ਲੇਡੀ ਆਪਣੇ ਬ੍ਰੈਸਟ ਨੂੰ ਆਪ चेक कर सकती है, तो उन्हें पता लग जाएगा कि कोई प्रॉब्लम तो नहीं हो रही। एज पर द अमेरिकन कैंसर सोसाइटी, ऑल वुमेन अबव द एज ऑफ 20 शुड परफॉर्म मंथली ब्रेस्ट सेल्फ एग्जामिनेशन। 20 साल की उम्र तो बाद हर लेडी नू, दिस इज अमेरिकन कैंसर सोसाइटी सेइंग कि हर महीने ब्रेस्ट नू सेल्फ एग्जामिन करना चाहिए।
इन्ना ज़रूरी नहीं कि हर एक गाइडलाइन को आप बिल्कुल स्ट्रेटिकली फॉलो करिए, बट एटलीस्ट वी शुड नो अबाउट इट. With regular examination, malignancy can be detected early and treated. Now the statistics state 80% of the breast lumps are not cancer. बहुत ज़्यादा डरन दी लोड़ नहीं है. 80% ਜਿਹੜੇ lumps ਹੈਗੇ they are not cancers. So those women who were taught and those who practiced the self breast examination had tumors which could be treated because of early diagnosis, and they did not, as compared to the women who did not perform breast self examination. Now these slides will be repeated again because this is very important. This is how you examine the breast. This will be taught to you. These are the 4 ways which I will again elaborate properly. This is just for you to see that this is the self breast examination. ਪਹਿਲਾਂ ਲਿਖਿਆ ਹੁੰਦਾ ਹੈ ਕਿ ਤੁਸੀਂ ਨਹਾਉਂਦੇ ਹੋਏ ਸ਼ਾਰ ਲੈਂਦੇ ਹੋਏ ਆਪਣੇ ਬ੍ਰੈਸਟ ਨੂੰ ਆਪ ਆਪਣੇ ਹੱਥਾਂ ਨਾਲ ਚੈੱਕ ਕਰੋ. ਦੇਰ ਆਰ 3 modes of standing. Stand straight, hands up and hands on your hips, ਜਿਹਦੇ ਵਿੱਚ ਤੁਸੀਂ ਆਪਣੇ ਬ੍ਰੈਸਟ ਨੂੰ ਮਿਰਰ ਦੇ ਸਾਹਮਣੇ ਖੜੇ ਹੋ ਕੇ ਦੇਖਦੇ ਹੋ ਤੇ ਬੇਸਿਕ ਚੀਜ਼ਾਂ ਨੂੰ ਤੁਸੀਂ ਅੰਡਰਸਟੈਂਡ ਕਰਦੇ ਹੋ. ਇਹਦੇ ਵਿੱਚ ਜਿਹੜਾ ਐਗਜ਼ਾਮੀਨੇਸ਼ਨ ਦਾ ਮੋਡ ਹੈ, ਜਿਹੜਾ ਅਸੀਂ ਆਪਣੀ ਟ੍ਰੇਨਿੰਗ ਵਿੱਚ ਸਿੱਖਿਆ, ਉਹਦੇ ਜਿਹੜਾ ਬਿਲਕੁਲ ਬੇਸਿਕ ਸਟੈਪ ਹੈ ਜਿਹੜਾ ਅਸੀਂ ਤੁਹਾਨੂੰ ਸਿਖਾਉਣਾ ਚਾਹੁੰਦੇ ਹਾਂ, ਉਹ ਇਹ ਹੈਗਾ ਕਿ ਆਪਣੇ ਹੱਥ ਦੇ ਪਾਮ ਨਾਲ ब्रैस्ट ਨੂੰ ਚੈੱਕ ਕਰਨਾ ਚਾਹੀਦਾ. ਕਦੇ ਵੀ ਟਿਪਸ ਨਾਲ ਨਹੀਂ ਚੈੱਕ ਕਰਨਾ ਚਾਹੀਦਾ ਕਿਉਂਕਿ ਟਿਸ਼ੂ ਤਾਂ ਬ੍ਰੈਸਟ ਦੇ ਅੰਦਰ ਹੈ ਹੀ ਹੈ. ਜਦੋਂ ਅਸੀਂ ਪਾਮ ਨਾਲ ਉਹਨੂੰ ਚੈੱਕ ਕਰਦੇ ਹਾਂ, ਇਹਦੇ ਵਿੱਚ ਦੇਖੋ ਮੂਵਮੈਂਟਸ 2 ਮੂਵਮੈਂਟਸ ਦਿਖੀਆਂ, ਇੱਕ ਅਪ ਐਂਡ ਡਾਊਨ, ਵਨ ਇਜ਼ ਸਰਕੂਲਰ ਮੂਵਮੈਂਟ, ਜਿਹਦੇ ਨਾਲ ਤੁਹਾਨੂੰ ਪਿੱਛੇ ਛਾਤੀ ਦੇ ਨਾਲ ਕੋਈ ਵੀ ਗੱਠ, ਛੋਟੀ ਤੋਂ ਛੋਟੀ ਗੱਠ ਦਾ ਵੀ ਪਤਾ ਲੱਗ ਸਕਦਾ ਹੈ. अर्ਲੀ डिटेक्शन इज़ द की टू ट्रीटमेंट. ਨਾ ਇਹਦੇ ਵਿੱਚ 3 ਚੀਜ਼ਾਂ ਆ ਜਾਂਦੀਆਂ. ਕਲੀਨਿਕਲ ਬ੍ਰੈਸਟ ਐਗਜ਼ਾਮੀਨੇਸ਼ਨ, ਜਿਹਦੇ ਵਿੱਚ ਡਾਕਟਰ ਐਗਜ਼ਾਮਿਨ ਕਰਦੇ ਹੈ. ਮੈਮੋਗ੍ਰਾਫ, ਜਿਹਨੂੰ ਸਾਰਿਆਂ ਨੂੰ ਪਤਾ ਹੈ ਕਿ ਐਕਸ-ਰੇਜ਼ ਹੁੰਦੇ ਹੈ. एंड द थर्ड इज़ मंथली ब्रेस्ट सेल्फ एग्जामिनेशन, ਜਿਹੜਾ ਤੁਸੀਂ ਬਿਨਾਂ ਡਾਕਟਰ ਕੋਲ ਜਾਏ ਆਪ ਆਪਣੇ ਘਰੇ ਕਰ ਸਕਦੇ ਹੋ. ਸਿਰਫ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ. अगेन अर्ली डिटेक्शन इज़ द बेस्ट प्रोटेक्शन. अर्ली डिटेक्शन, these are the tests which are available: ductogram, nipple discharge, ductal lavage, computer aided detection and all. Now this is the clinical breast examination where the doctor is examining your breast, but for this you have to go to the OPD, take consultation, take time and then get examined. Now we are talking here about the breast self examination, ਜਿਹੜਾ ਤੁਸੀਂ ਆਪਣੇ ਘਰੇ ਕਰ ਸਕਦੇ ਹੋ. ਇਹਦੇ 2 ਪਾਰਟਸ ਹੈਗੇ ਬੇਸਿਕ. one is looking and the other is feeling. looking, ਤੁਸੀਂ ਦੇਖ ਕੇ ਕਿਹੜੀਆਂ ਚੀਜ਼ਾਂ ਮਿਰਰ ਵਿੱਚ, ਸ਼ੀਸ਼ੇ ਵਿੱਚ ਦੇਖ ਕੇ ਕਿਹੜੀ ਚੀਜ਼ਾਂ ਸਮਝ ਸਕਦੇ ਹੋ. feeling, ਤੁਸੀਂ ਆਪਣੇ ਹੱਥ ਨਾਲ ਟੱਚ ਕਰਕੇ ਕਿਹੜੀਆਂ ਗੰਢਾਂ ਨੂੰ ਆਈਡੈਂਟੀਫਾਈ ਕਰ ਸਕਦੇ ਹੋ. looking is place your arms by your side in front of the mirror. हाथ दोनों साइड में रख के आप देखेंगे कि आपके दोनों ब्रेस्ट बराबर साइज जगह पर हैं कि नहीं है. अब ये 3-4 पॉइंट्स हैं जो बड़े इंपॉर्टेंट हैं. वन इज़ अ लंप. ਤੁਹਾਨੂੰ ਕੋਈ ਓਬਵੀਅਸ ਉਹਦੇ 'ਚ ਗੱਠ ਨਜ਼ਰ ਆ ਰਹੀ ਹੈ ਤੇ ਇਹ ਸਿਰਫ ਬ੍ਰੈਸਟ ਵਿੱਚ ਨਹੀਂ, ਆਰਮਪਿਟ ਜਿਹਨੂੰ ਕਾਫ ਕਹਿੰਦੇ, ਉਹਦੇ ਵਿੱਚ ਵੀ ਦੇਖਣਾ ਚਾਹੀਦਾ. ਕੋਈ ਵੀ ਲੰਪ ਜਿਹੜਾ ਵੱਡਾ ਹੋ ਰਿਹਾ ਹੈ ਜਾਂ ਫਿਰ ਅਗਲੇ ਮਹੀਨਾ, ਅਗਲੀ ਵਾਰ ਡੇਟ ਆਉਣ ਤੋਂ ਬਾਅਦ ਵੀ ਸ਼ਰਿੰਕ ਨਹੀਂ ਕਰ ਰਿਹਾ, that is important, that is to be noted. The second point is ਉਹਦਾ ਸਕਿਨ ਦਾ ਕਲਰ ਜਾਂ ਸਾਈਜ਼ ਜਾਂ ਟੈਕਸਚਰ ਕਿਸੇ ਵੀ ਤਰ੍ਹਾਂ ਚੇਂਜ ਹੋ ਰਿਹਾ ਹੈ ਤਾਂ ਤੁਸੀਂ ਉਹਨੂੰ ਇੱਕ ਅਵੇਅਰਨੈਸ ਦੇ ਸਕਦੇ ਹੋ. ਕਾਫੀ ਵਾਰ ਪੇਸ਼ੈਂਟ ਸਾਡੇ ਕੋਲ ਆਉਂਦੇ ਕਿ ਸਿਰਫ ਕਲਰ ਚੇਂਜ ਹੋ ਰਿਹਾ. ਦੈਟ ਕੁਡ ਬੀ ਰਿਲੇਟਡ ਟੂ ਪ੍ਰੈਗਨੈਂਸੀ, ਵਿਚ ਵੀ ਆਲ ਨੋ ਕਿ ਪ੍ਰੈਗਨੈਂਸੀ ਵਿੱਚ ਕਲਰ ਚੇਂਜਸ ਹੁੰਦੇ ਹੈ. ਬ੍ਰੈਸਟ ਦੇ ਅਰਾਊਂਡ, ਪੇਟ ਦੇ ਅਰਾਊਂਡ ਲੀਨੀਅਰ ਨਾਈਗ੍ਰੇਟ ਲਾਈਨ ਬਣ ਜਾਂਦੀ ਹੈ ਬ੍ਰੈਸਟ ਤੇ, ਜਿਹਨੂੰ ਤੁਸੀਂ ਆਮ ਲੈਂਗੁਏਜ ਛਾਈਆਂ ਕਹਿੰਦੇ ਹੋ ਫੇਸ ਤੇ. ਸੋ ਥੀਸ ਆਰ ਦ ਚੇਂਜਸ ਜਿਹੜੇ ਬ੍ਰੈਸਟ ਤੇ ਪੇਟ ਤੇ ਹੁੰਦੇ. ਬਟ ਇਫ ਵਿਦਾਊਟ ਪ੍ਰੈਗਨੈਂਸੀ ਸਚ ਚੇਂਜਸ ਆਰ ਕਮਿੰਗ, ਦੈਨ ਯੂ ਸ਼ੁਡ ਗਿਵ ਇੰਪੋਰਟੈਂਸ ਟੂ ਇਟ. So any change in the size, the shape or the symmetry of the breast, which is by looking. Any thickness or swelling, कोई सोजन थानू लग रहा है, कोई साइज का फर्क, तो तुसी जरूर डॉक्टर को जाके इंक्वायर करना. Now skin dimpling, this is very significant. If there is a dimple or puckering or indentation in the breast, अंदर नू खिंचिया जा रहा है किसी पासियों, so this is very important. Skin irritation या किसी तरह की irritation भी, काफ़ी बार कुछ diseases होंगे हैं जिहड़ी खारिश नाल भी शुरू होंगे हैं. ਆਪਾਂ ਉਹਨੂੰ ਨੋਰਮਲ ਫੰਗਸ ਲੈ ਕੇ, ਜੇ ਤੁਹਾਨੂੰ ਥੋੜੇ ਟ੍ਰੀਟਮੈਂਟ ਤੋਂ ਬਾਅਦ ਨਹੀਂ ਆਰਾਮ ਲੱਗ ਰਿਹਾ, ਦੈਨ ਕੰਸਲਟ ਕਰੋ. ਨਾਓ ਚੇਂਜਸ ਇਨ ਦ ਨਿਪਲ, ਵੀ ਵਰ ਟਾਕਿੰਗ ਅਬਾਊਟ ਦ ਬ੍ਰੈਸਟ ਐਂਡ ਦ ਐਕਸਿਲਾ, ਨਾਓ ਵੀ ਟਾਕ ਅਬਾਊਟ ਦ ਨਿਪਲ. ਐਨੀ ਰੈਡਨੈਸ ਔਰ ਸਕੇਲਿੰਗ, ਕੁਛ ਵੀ ਰੈਡਨੈਸ ਹੈ ਜਾਂ ਉਹਦੇ ਤੋਂ ਸਕਿਨ ਰੈਸ਼ਜ਼ ਹੋ ਰਹੇ ਹੈ ਜਾਂ ਕੋਈ ਡਿਸਚਾਰਜ ਆ ਰਿਹਾ ਹੈ ਜਾਂ ਫਿਰ ਨਿਪਲ ਵਿੱਚ ਟੈਂਡਰਨੈਸ ਜਾਂ ਪੇਨ ਡਿਵੈਲਪ ਹੋ ਰਹੀ ਹੈ ਜਾਂ ਨਿਪਲ ਅੰਦਰ ਨੂੰ ਰਿਟਰੈਕਟ ਹੁੰਦਾ ਜਾ ਰਿਹਾ ਹੈ, ਇਨ ਡਰਾਇੰਗ ਹੋ ਰਿਹਾ ਹੈ, ਪੋਇੰਟਿੰਗ ਇਨ ਦ ਅਦਰ ਡਾਇਰੈਕਸ਼ਨ. These are important points to be noted. Then the discharge from the nipple. Now this is a controversial topic because we earlier it was said कि आप खुद दबा के देखो कि उसमें कोई discharge तो नहीं है, but this is controversial. तुसी नहीं दबा के देखना है.
जे अपने आप कोई भी रेड कलर का या ब्रेस्ट मिल्क या फिर serous discharge is coming, then you have to go to the doctor, because these can be hormonal, which we will talk about it later. Then this was looking. Now it comes to feeling. Examine each breast separately. थोड़ा जा टाइम दे के दोनों ब्रेस्ट ਨੂੰ ਆਰਾਮ ਨਾਲ ਇੱਕ ਇੱਕ ਵਾਰੀ ਕਰਕੇ ਤੁਸੀਂ ਚੈੱਕ ਕਰਨਾ ਹੈ. Again it is written that the pads of the fingers are to be used, not the tips. This soft pad of the finger is to be used to examine, not the tips. And also examine the armpit. ਜਿਹੜਾ ਕਾਕ ਹੈ ਉਹ ਬ੍ਰੈਸਟ ਦਾ ਇੱਕ ਪਾਰਟ ਹੈ, ਪੂਰਾ ਬ੍ਰੈਸਟ ਕਾਕ ਤੱਕ ਹੁੰਦਾ ਹੈ ਤੇ ਉਹਨੂੰ ਵੀ ਐਗਜ਼ਾਮਿਨ ਕਰਨਾ ਬਹੁਤ ਜ਼ਰੂਰੀ ਹੈ. Now this is a picture demonstration how to use the finger pads. It is the middle of these three fingers to feel the texture of your breast. Your finger pads and not the top are to be used. The tips are not to be used. This is how you have to feel standing and lying down. Lying down you have to palpate round, up and down, and standing also. In the shower it is typically set in front of mirror in the shower, and also the axilla along with the breast. Now this has been again demonstrated, the patterns. You have to feel up and down and in a circular movement, and also in an outwards movement. कदे भी ब्रेस्ट ਨੂੰ ਇਦਾਂ ਫੜ ਕੇ ਨਹੀਂ ਚੈੱਕ ਕਰੀਦਾ, ਬਿਕੋਜ਼ ਟਿਸ਼ੂ ਉਹਦੇ ਅੰਦਰ ਹੈ ਹੀ ਹੈ, ਤੇ ਇਹਨੂੰ ਇੰਨਾ ਜ਼ਿਆਦਾ ਵੀ ਨਹੀਂ ਕਰਨਾ ਕਿ ਤੁਸੀਂ ਦਬਾ ਦਬਾ ਕੇ ਉਹਦੇ ਟਿਸ਼ੂ ਨੂੰ ਕੋਈ ਇੰਜਰੀ ਕਰੋ ਜਾਂ ਕੋਈ ਹੋਰ. ਕਾਫੀ ਵਾਰ ਪੇਸ਼ੈਂਟਸ ਇਦਾਂ ਆ ਜਾਂਦੇ ਸਾਡੇ ਕੋਲ, ਠੀਕ ਹੈ, ਜਿਹੜੇ ਰੈਗੂਲਰ ਡਰਦੇ ਮਾਰੇ ਰੈਗੂਲਰ ਚੈੱਕ ਕਰਨ ਲੱਗ ਪਏ. ਸੋ ਇਟ ਇਜ਼ ਨਾਰਮਲ. 80% of the lumps are benign. Now screening mammograph. This comes, the third thing which we are talking about is, we all know it is an X-ray picture of the breast in which a woman comes to you without any breast complaint. This is just a screening procedure. ਤੁਹਾਨੂੰ ਕੋਈ family history नहीं हैगी, ਤੁਹਾਨੂੰ ਕੋਈ complaint नहीं हैगी, still you are going just for a screening procedure. ਇਹਨਾਂ ਫਿਲਮਸ ਨੂੰ ਆਪਾਂ ਸੰਭਾਲ ਕੇ ਰੱਖਣਾ ਹੈ, because ਜਿਹੜਾ next mammograph ਹੋਗਾ it is to be compared with the previous one. काफ़ी बार पेशेंट साढ़े को एक रिपोर्ट लेके आता है, कहता है ये नॉर्मल है. वी नीड टू सी द प्रीवियस पिक्चर्स, व्हाट इट वाज अर्लीयर एंड व्हाट इट इज नाउ. ਤੁਸੀਂ ਦੇਖਿਆ ਹੋਣਾ ਕਦੇ ਰਿਪੋਰਟਸ ਤੇ ਬਰਕਾ 1 ਬਰਕਾ 2 ਲਿਖਿਆ ਹੁੰਦਾ ਹੈ. ਸੋ ਆਈ ਵੋਂਟ ਗੋ ਇਨ ਦ ਡਿਟੇਲਸ, ਬਟ these are the grading of the thickness of the breast which we assess. Now this is a very important line. A mammograph can detect a breast lump 2 years before it can be felt. ਕੋਈ ਵੀ ਲੰਪ ਸਾਨੂੰ ਮਹਿਸੂਸ ਹੋ ਰਿਹਾ, ਉਹਦੇ 2 ਸਾਲ ਪਹਿਲਾਂ ਉਹ ਮੈਮੋਗ੍ਰਾਫ ਉਹਨੂੰ ਡਿਟੈਕਟ ਕਰ ਸਕਦਾ. Now this is how the X-ray mammography of the breast is done. So how often we should go for mammography? This is the answer. These are the guidelines. So the guidelines by the American Cancer Society says up to 40 years of age, like 40 to 45, it is your choice. If you are aware, if you wish, you can get a mammography done. From 45 to 55, every year mammography should be done ideally. From 55 above, it is said 69, 55 to 69, every second year mammography is to be done. And if there is a family history, like 3 or more of the relatives with breast cancer, colon cancer or ovarian cancer, then you really need to consult the physician, because you can get yourself screened, you can get your gene mapping done, you can assess your risk of developing this cancer rather than living with the fear. The third is a sonomammography, which we say before 40 years. From 40 to 45 it's your wish, but before 45 we advise a sonomammogram to the patient, which is ultrasound of the breast in which we see the lumps, how are they, what are the size, where they are located, and every details about it. Now when is the breast MRI done? If you are a high risk for a breast cancer, if you have a family history, you are very obese, you don't have babies, or you decided to have babies very late, you did not breastfeed your babies, so then you become a high risk for breast cancer. Then again, family history of breast or ovarian cancer, if it is a very dense breast, or you had a previous pre-cancerous breast change, you are under follow-up with the doctor, then a breast MRI is needed. Or it's a BRCA1 or BRCA2 gene mutation. You must have heard about Angelina Jolie, who got purposefully both her breasts removed because she saw her mother in pain. Exactly. And she detected herself with BRCA genes, and she got her breast removed with silicone implants. And if you received radiation before 30 years of age for some other reason, then breast MRI rather than sonomammography or mammography. Now, what is a fine needle aspiration? काफ़ी बार आप डॉक्टर के पास जाते हैं, डॉक्टर जस्ट से सुई की जांच होगी. So it is just a very simple test ਜਿਹਦੇ ਵਿੱਚੋਂ ਆਪਾਂ ਸਿਰਫ ਬੇਸਿਕ ਸੈਲਸ ਕੱਢ ਕੇ ਆਪਾਂ ਉਹਨੂੰ ਸਟੱਡੀ ਕਰਦੇ ਹਾਂ ਕਿ what are the kind of cells, what are the kind of changes which are going inside the breast. Now again, the biopsy, the fine needle biopsy shows 80% of all breast biopsies turn out to be benign.
Now I'm again talking about benign. What is the meaning of benign? Benign is one that is not cancer. Benign includes, it can be a pain, a lump, infection, discharge or skin changes. Now benign breast conditions, to tell it in a very simple way, it can be cyclic or non-cyclic. If it is a cyclic pain which you observe कि menses आने के बाद ठीक हो रही है, अगले महीने फिर repeat हो रही है, so these can be related to the hormones of the body. This is not necessarily a breast cancer. If it's a non-cyclic pain, it is in one breast, it can be due to injury, infection or something related to cancer. Now mastitis is one thing which you all have seen or heard about in your neighborhoods, like when a lady is feeding the baby, the breast ducts become clogged, breast becomes red, swollen, painful, जिन्हों दूध दियाँ गट्ठा कह देंगे, that is called mastitis. That can be easily treated with antibiotics and follow-up. काफ़ी बार patients उस वेले सानू डर के पूछते हैं कि हमें कहीं कैंसर तो नहीं हो जाएगा. It has nothing to do with breast cancer. Just an infection gets treated with. Now here it comes the C word. What if it comes to be a cancer? Remember that it is not a death sentence. With early diagnosis, women's chance of surviving are very good. Now how does the patient presents? The patient presents with a painless lump, non-tender, a hard mass which is irregular in shape. It is not mobile, it is fixed, mostly in the upper outer quadrants. We divide the breast into four. The upper outer quadrant near to the axilla is the one which is the most common site. There can be a nipple discharge or dimpling of the nipple, erythema of the breast, that is redness of the breast tissue, asymmetry of the breast, or a purely orange skin peel appearance. इनू डेमोनस्ट्रेट किया गया जिस तरह तुसी एक ऑरेंज देखिया होना ਉਹਦੇ ਉੱਤੇ ਡਾਟਸ ਲੱਗੇ ਹੁੰਦੇ ਆ ਉਹਨੂੰ ਕਹਿੰਦੇ ਪਿਊਰ ਡੀ ऑरेंज अपीयरेंस ਉਸ ਤਰ੍ਹਾਂ ਦਾ ਬ੍ਰੈਸਟ ਵਿੱਚ ਟੈਂਸ ਚੇਂजेस ਨਜ਼ਰ ਆਉਣ ਲੱਗ ਪਏ ਸੋ ਥੀਸ ਆਰ ਦ ਸਾਈਨਸ ਆਫ ਕੈਂਸਰ ਨਾਓ ਇਹ ਬੰਦਾ ਕਿਸ ਤਰ੍ਹਾਂ ਆਪਣੀ ਬੋਡੀ ਵਿੱਚ ਇਨੀਸ਼ੀਏਟ ਹੁੰਦਾ ਹੈ ਪ੍ਰਮੋਟ ਹੁੰਦਾ ਹੈ ਫਿਰ ਪ੍ਰੋਗਰੈਸ ਹੋ ਜਾਂਦਾ ਹੈ I'll just not go into the details like there are some irreversible changes in the genetic tissue, some gene mutations occur, so because of which the altered cells develop, which is hyperplasia. Now repeated exposures cause a change in the cell DNA, which cause dysplasia, and then these cells start invading the surrounding tissue, which is called as metastasis. Now the stages in very simple terms. If the size of the tumor is less than 2 centimeters, stage 1, 2 to 5, stage 2, and more than 5, it can be 3, and if it spreads to other body organs, it is above it 4 and 5. Now the clinical manifestations, I am again talking about the layman terms which you can understand more. Patient ਨੂੰ swelling ਹੋ ਜਾਂਦੀ ਹੈ ਜਾਂ ਫਿਰ ਕੋਈ ਗੱਠ ਮਹਿਸੂਸ ਹੁੰਦੀ ਹੈ ਜਾਂ ਨਿੱਪਲ ਚੋਂ discharge ਆਉਣ ਲੱਗ ਪੈਂਦਾ ਹੈ ਤਾਂ patient ਸਾਡੇ ਕੋਲ ਆਉਂਦੇ ਹੈ. Now we decide the treatment options for you to understand depending on the size of the tumor. Again ਜਿਸ ਤਰ੍ਹਾਂ ਆਪਾਂ stage ਕੀਤਾ ਸੀ 2 to 5, more than 5. Now the size of the tumor, the invasion of the tumor, lymph node status, ਗੱਠਾਂ ਕਾਫ ਵਿੱਚ ਬਣੀਆਂ ਹੋਈਆਂ ਕਿ ਨਹੀਂ ਜਾਂ ਫਿਰ ਇਹ ਸਪਰੈਡ ਹੋ ਚੁੱਕਿਆ ਹੈ ਕਿ ਨਹੀਂ ਉਹਦੇ ਉੱਤੇ ਇਹਦਾ ਟ੍ਰੀਟਮੈਂਟ ਡਿਸਾਈਡ ਹੋ ਰਿਹਾ ਹੈ ਟ੍ਰੀਟਮੈਂਟ ਕਰਨ ਦੇ 3-4 ਤਰੀਕੇ ਹੈ ਆਈਦਰ ਇਟ ਇਜ਼ ਸਰਜਰੀ or it is radiation or it is chemotherapy or there are some drugs available which can be treated with hormonal therapy also depending on the stage. Surgery ਆਪਾਂ breast ਨੂੰ conserve ਕਰ ਸਕਦੇ ਹਾਂ because this is a very sensitive issue. Ladies are very particular about their cosmetic appearance, so many people opt for breast conservation. The second is mastectomy, and the third is where you can remove the breast and put implants and reconstruct the breast again. This is the lumpectomy, where there is a small lump or tumor which is removed in total and sent for examination. This is mastectomy, where the breast is completely removed. Then the breast can be reconstructed again with saline-filled implants, silicone implants or muscle flaps which can be made and the breast can be reconstructed. Now what are the complications of the surgery? You can have lymphedema, infection, seroma, hematomas or cellulitis. Hope it's not very boring to all of you. There can be radiation therapy also. We can give adjuvant therapy after surgery. These are the high energy rays in the form of external beams which are used to kill the cancer cells in the form of implants. They are usually effective in killing fast growing cells. The breast cancer or any cancer cells are fast growing cells which are targeted by the laser beams and we try to eradicate them. This is how the radiation therapy works. It is totally painless. Then we can give chemotherapy to these patients. Early breast cancer patients after surgery are given chemotherapy to reduce recurrence.
Those which have large and locally advanced cancers, they are given chemotherapy prior to surgery to debulk it, to reduce the size of the tumor load, and in metastatic, where it has spread to distant organs, then only chemotherapy is given to prolong the life of the patient. Hormone therapy, artificial hormones are given in the bloodstream to attack these fastly growing proliferative cancer cells. They are ERPR dependent. Hormone manipulations can be done. Now this is what is important. What diet schedules should we follow to keep ourselves healthy and protected from such cancer cells? This is a pyramid which shows जो base में है वो ज़्यादा खाना है, जो ऊपर है वो कम लेना है. This is as per the US Department of Agriculture, Health and Human Services. They say that fats, oils and sweets should be used very less. Fats, oils and sweets. Milk, dahi, cheese, 2 to 3 servings per day. Meat, poultry, dry beans, nuts, 2 to 3 servings per day. There is another literature which says 45% chance cut hunda hai breast cancer vegetarians as compared to non-vegetarian. This is documented in the literature. Then vegetable is again lower than the non-veg, as I already said. So vegetable group makes 3 to 5 servings and the fruit group makes 2 to 4 servings. Apart from this, the routine diet, bread, cereals, rice, pasta, everything you can take, no problem with that. Again, this is dietary management. एक मोटा मोटा तत्त बड़े सालों तो साडे टीचर्स कहंदे सी ਜਿਹੜੀਆਂ ਚੀਜ਼ਾਂ ਰੱਬ ਨੇ ਬਣਾਈਆਂ ਉਹ ਚੰਗੀਆਂ ਜਿਹੜੀਆਂ ਅਸੀਂ ਬਣਾਈਆਂ ਆਪਾਂ ਸਮਝ ਸਕਦੇ ਹਾਂ. So anything which is grown fresh, healthy is not going to cause us any harm. To lower your risk, how can we save ourselves from breast cancer? Of course, screening, going to the doctor, talking about it is very important. So another things which we can do is avoid your alcohol intake, avoid smoking, because this is coming up very much in the newer generations, in the youngsters. Control your weight, be physically active, breastfeed your babies, limit the dose and the duration of hormone therapy. For any reason you are taking hormones, limited, and avoid radiation exposure. This is as per the Mayo Clinic 2018 December. Again, emphasizing on the same points, exercise every day is the lifeline to our soul. Yoga, any kind of exercise you can do, swimming, anything. Now this is in short about the BRCA gene mutation, where we have our family relatives, 3 or more of first or second degree relatives. We can go for our gene assessment, which is done in many hospitals in India, and we can come to know our likelihood of having cancers, breast, colon, ovary related, and pancreas, and this prostate in males. It is done in Delhi. It's done in India. SPS Apollo also they do this. This comes around 1.5 lakh per person. And this, they say it is an autosomal dominant in one of the child. It can go if it is present in the parents. Now the genetic testing for breast cancer, again talking about it. The breast cancer genes 1 and 2, having a mutation in either of these genes, increase a woman's risk of breast cancer and ovarian cancer by 45 to 65%. If we have this, that doesn't mean that we are going to die of them. It is only increasing our chance to 45 to 65%. So those women who inherit the mutation will develop breast cancer by the age of 70 years. Increasing age, increasing chances of breast cancer. 1 in 8 women will be affected by breast cancer in their lifetime. Genetic testing gives people the chance to learn if their family history of breast cancer is due to an inherited gene mutation. Now there are many emerging therapies. Now this is the prognosis. If we detect it early, then our chance of living 10 years is 90%. If it is detected late, then the chance of living 10 years is 10%. Again, early detection and improved treatment, more women than ever are surviving breast cancers. Thank you.